कवन कवन गुण कह कह गावां। तू साहिब गुणी निधाना, तुमरी महिमा बरन ना साकों। तू ठाकुर ऊच भगवाना। धन वाहिगुरु जी छाड़ मन हर विमुखन को संग। सारंग महला पंजवा। सूरदास एक ओंकार। सतगुर प्रसाद हर के संग बसे हर लोक। तन मन अर्प सर्बस सब अर्प्यो। आनंद सहज धुन झोक रहाओ। दर्शन पेख भय निर्भखई। पाए है सगले थोक। आन बस्त स्यों काज न कछुआ। सुंदर बदन आलोक। श्याम सुंदर तज आन जो चाहत। ज्यों पुष्टि तन जोग। सूरदास मन प्रभ हथ लीनो। दीनो एह परलोक। परम सन्मान जो चवर छत्र तख्त दे मालक जुगो जुग अटल धन धन सतगुरु गुरु ग्रंथ ਸਾਹਿਬ महाराज जी दी पावन पवित्र हजूरी अंदर सुभाएमान गुरु सवारे सतसंगी जनों। सतगुरु जी की रहमत बख्शिश हुई है। सतगुरां दी पावन पवित्र हजूरी अंदर सजे दीवाना विच आप जियां ने सतगुरां दी इलाही बाणी दे पाठ गुरबाणी कीर्तन सरवण कीते हैं। आओ साध संगत शब्द विचार नाल जुड़िए। करो कृपा सारे माई भाई असीस बख्शो। प्यार सहित आखो जी वाहिगुरु जी का खालसा वाहिगुरु जी की फतेह। साध संगत जी जिस शब्द नूं अज असीं विचारना है, जिवें आप जी नूं पता है कि भगतां दी बाणी विचों 15 भगत सहबान गुरु ग्रंथ साहिब महाराज जी विच उन्हां दी बाणी मौजूद है। ते हर ऐतवार नूं आपां हर एक वक्रे वक्रे भगत सहबान दे शब्दां दे विच एक शब्द लैंदे हां। अज दा जो शब्द आपां विचारना है वो भगत सूरदास जी। एक ही उन्हां दी पंक्ति है, एक ही तुक है। बड़ी हैरानगी हुंदी है बाणी पढ़न वाले गुरमुख प्यारे तुसीं बैठे हो। तुहानूं इस गल का जो तुसी एहसास करते हो ना, जिवें भाई साहब जिक्र कर रहे सन सैकटरी साहिबान, हर चीज़ नूं तुसी थोड़ा जिहा बारीकी नाल वेखण दी कोशिश करोगे ना तो गुरु ग्रंथ साहिब महाराज जी विचों भी तुहानूं गुरु दे दर्शन करदियां करदियां विस्माद में चले जाओगे कि महाराज क्या तुहाडी कमाल दी खेड है कि जिहड़ी एक तुक भी किसी भगत दी समुची मानवता नूं कुछ दे रही है। इहदा मतलब ये नहीं कि सूरदास भगत की जिन्नी उम्र हुई होएगी उन्नी उम्र चों कुछ बोले ही नहीं होणगे। नहीं, बहुत कुछ उन्होंने कहा होएगा, बहुत समाज संसार नूं बड़ा कुछ आख्या होएगा। एक ही तुक सतगुरु महाराज जी गुरु अर्जन देव सच्चे पातशाह महाराज जी नूं उन्हां दी जिहड़ी साध संगत मिली है ना, जो समुची मानवता नूं संदेश कुछ दे रही है। मेरे साहब ने एक ही तुक लै लई। ਜਿਹੜੇ ਬਾਣੀ ਪੜਨ ਵਾਲੇ ਤੁਸੀਂ ਬੈਠੇ ਹੋ ਤੁਹਾਨੂੰ ਪਤਾ ਹੋਏਗਾ ਇਹ ਤੁਕ ਦੇ ਨਾਲ ਅੱਗੇ ਅੰਕ ਲਿਖਿਆ ਹੋਇਆ ਹੈ। ਇਹ ਸ਼ਬਦ ਚ ਨਹੀਂ ਸਤਿਗੁਰੂ ਮਹਾਰਾਜ ਜੀ ਨੇ ਤੁਕ ਜਿਹੜੀ ਹੈ। ਸਾਧ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੋਚਿਆ, ਖੈਰ ਮੈਂ ਸੋਚਿਆ ਸ਼ਬਦ ਤਾਂ ਕਹਿ ਰਿਹਾ ਵੀ ਸਤਿਗੁਰੂ ਦੀ ਤੇ ਸਤਿਗੁਰੂ ਜਾਣਦਾ, ਪਰ ਸਾਡੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੇਖੋ ਕਮਾਲ ਕਰਤੀ। ਕਹਿਣ ਲੱਗੇ ਇੱਕ ਤੁਕ ਹੈ, ਜਦੋਂ ਇਸ ਤੁਕ ਨੂੰ ਰਹਿਣ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਕੀ ਖਿਆਲ ਉਪਜਣਗੇ ਸਿੱਖਾਂ ਦੇ ਅੰਦਰ। ਕੋਈ ਕਹੇਗਾ ਵੀ ਇਹ ਤੁਕ ਕਿਹਦੀ ਹੈ,
ਇਹ ਕਿਵੇਂ ਦਰਜ ਹੋ ਗਈ, ਕਿਤੇ ਬਾਅਦ ਵਿੱਚ ਤਾਂ ਨਹੀਂ ਪੈ ਗਈ। ਹੁਣ ਪਤਾ ਹੀ ਨਹੀਂ ਲੱਗਦਾ, ਤੁਕ ਤੋਂ ਨਹੀਂ ਤੁਹਾਨੂੰ ਪਤਾ ਲੱਗੇਗਾ ਵੀ ਇਹ ਤੁਕ ਕਿਸ ਭਗਤ ਸਾਹਿਬਾਨ ਦੀ, ਕਿਉਂਕਿ ਨਾ ਉਹਦਾ ਉੱਤੇ ਸਿਰਲੇਖ ਹੈ, ਨਾ ਉਹਦੀ ਸ਼ਬਦ ਦੀ ਜਿਹੜੀ ਹੈ ਸਾਧ ਸੰਗਤ ਜੀ ਸਮਾਪਤੀ ਤੇ ਕੋਈ ਨਾ ਹੈ। ਗੁਰੂ ਅਰਜਨ ਦੇਵ ਜੀ ਨੇ ਕਮਾਲ ਕਰਤੀ, ਇੱਕ ਤਾਂ ਉਸ ਸ਼ਬਦ ਦੀ ਵਿਆਖਿਆ ਕਰਤੀ। ਹੁਣ ਇੱਕ ਤੁਕ ਹੈ, ਛਾੜ ਮਨ ਹਰ ਵਿਮੁਖਨ ਕੋ ਸੰਗ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਮਾਲ ਇਹ ਕਰ ਦਿੱਤੀ ਕਿ ਜਿਹੜਾ ਸ਼ਬਦ ਉਚਾਰਿਆ ਨਾ, ਉਹਦੇ ਚ ਨਾਂ ਸੂਰਦਾਸ ਦਾ ਲੈ ਲਿਆ ਕਿ ਸੂਰਦਾਸ ਜੀ ਤੁਸੀਂ ਜਿਹੜੀ ਗੱਲ ਬੜੀ ਗਹਿਰੀ ਕਹਿ ਰਹੇ ਹੋ, ਮੈਂ ਉਸ ਦੀ ਵਿਆਖਿਆ ਕਰਨ ਲੱਗਿਆ ਤੇ ਤੁਹਾਡਾ ਨਾਂ ਲੈ ਕੇ ਬੜੇ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਚ ਮਿਲ ਜਾਣਗੇ। ਜਦੋਂ ਬਾਬਾ ਫਰੀਦ ਸਾਹਿਬ ਤੇ ਕਬੀਰ ਸਾਹਿਬ ਦੇ ਸ਼ਲੋਕ ਪੜੋਗੇ ਨਾ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਮਹੱਲਾ ਤੀਜਾ ਮਹੱਲਾ ਪੰਜਵਾਂ ਜ਼ਰੂਰ ਵਰਤਿਆ, ਪਰ ਨਾਂ ਆਪਣਾ ਨਹੀਂ ਲਾਇਆ, ਨਾਂ ਕਬੀਰ ਤੇ ਫਰੀਦ ਵਰਤਿਆ ਜਦੋਂ ਉਹਨਾਂ ਦੇ ਸ਼ਲੋਕਾਂ ਚ ਆਉਂਦਾ ਹੈ। ਜਾਂ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਆਪਾਂ ਕਈ ਵਾਰ ਇਹਦਾ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜਾ ਧੰਨਾ ਭਗਤ ਜੀ ਦਾ ਅਗਲਾ ਵਾਲਾ ਸ਼ਬਦ ਹੈ ਉਹ ਵੀ ਗੁਰੂ ਅਰਜਨ ਦੇਵ ਜੀ ਦਾ, ਪਰ ਨਾਂ ਉਹਦੇ ਚ ਧੰਨੇ ਭਗਤ ਦਾ ਵਰਤਿਆ। ਖੈਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਮਾਲ ਇਹ ਕਰ ਦਿੱਤੀ ਕਿ ਉਸ ਤੁਕ ਦੀ ਵਿਆਖਿਆ ਕਰਨ ਲਈ ਤੇ ਨਾਲ ਸਪਸ਼ਟ ਕਰਨ ਵਾਸਤੇ ਇਹ ਤੁਕ ਭਾਈ ਭਗਤ ਸੂਰਦਾਸ ਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਆਖਿਆ ਕਰਦੇ ਤੇ ਆਪਾਂ ਸ਼ਬਦ ਨੂੰ ਲੈਣਾ ਹੈ ਛਾੜ ਮਨ ਹਰ ਵਿਮੁਖਨ ਕੋ ਸੰਗ। ਇਹ ਤੁਕ ਹੈ ਭਗਤ ਸੂਰਦਾਸ ਜੀ ਦੀ। ਇਹ ਬਾਕੀ ਸ਼ਬਦੋਂ ਦੀ ਵਿਆਖਿਆ ਕਰੇਗਾ ਜਿਹੜਾ ਆਪ ਜੀ ਸ਼ਾਇਦ ਸਕਰੀਨ ਦੇ ਉੱਤੇ ਸ਼ਾਇਦ ਆ ਰਿਹਾ ਹੋਵੇਗਾ ਸ਼ਬਦ, ਉਹ ਜੋ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਦਾ, ਪਰ ਨਾਂ ਉਹਦੇ ਚ ਅਖੀਰ ਦੇ ਉੱਤੇ ਸਮਾਪਤੀ ਸੂਰਦਾਸ ਭਗਤ ਦਾ ਨਾਂ ਲੈ ਕੇ ਸਤਿਗੁਰੂ ਨੇ ਕੀਤੀ ਹੈ। ਹੁਣ ਸਾਧ ਸੰਗਤ ਜੀ ਛਾੜ ਮਨ, ਗੱਲ ਮਨ ਦੀ ਕੀਤੀ ਹੈ। ਮਨਾ ਛੱਡ ਦੇ ਹਰ ਵਿਮੁਖਨ ਕੋ ਸੰਗ, ਉਹ ਸੰਗ ਛੱਡ ਦੇ ਜਾਂ ਉਹਨਾਂ ਦਾ ਸਾਥ ਤੇ ਸੰਗ ਛੱਡ ਦੇ ਜਿਹੜੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਵੱਲੋਂ ਬੇਮੁਖ ਨੇ। ਮਨ ਨੂੰ ਕਿਹਾ ਸਾਧ ਸੰਗਤ ਜੀ, ਸਰੀਰ ਨੂੰ ਨਹੀਂ। ਜਦੋਂ ਮਨ ਦੀ ਗੱਲ ਆਉਂਦੀ ਹੈ ਤੇ ਸਾਧ ਸੰਗਤ ਇੱਕ ਐਸਾ ਗਹਿਰਾ ਵਿਸ਼ਾ ਹੈ, ਕਈ ਵਾਰ ਤੁਸੀਂ ਇਹਦੇ ਉੱਤੇ ਬੋਲੋ ਤੇ ਕਈ ਵਾਰ ਸੰਗਤ 'ਚ ਇਹ ਕਈ ਵਾਰ ਮਹਿਸੂਸ ਕਰਨ ਲੱਗ ਪੈਂਦੇ ਵੀ ਸ਼ਾਇਦ ਬੋਰਿੰਗ ਜੀ ਵਾਲੀ ਕਥਾ ਹੈ, ਕਿਉਂਕਿ ਜਿਹੜੀ ਮਨ ਦੀ ਗੱਲ ਹੋਏਗੀ ਨਾ, ਇਹ ਲੱਗੇਗੀ ਸਾਨੂੰ ਇਹ ਐਸੀ, ਪਰ ਗੁਰੂ ਗ੍ਰੰਥ ਸਾਹਿਬ ਦੀ 1430 ਅੰਕ ਬਾਣੀ ਜਿਹੜੀ ਹੈ ਨਾ, ਉਹਦੇ ਵਿੱਚ ਹਰ ਸ਼ਬਦ ਵਿੱਚ ਮਨ ਦੀ ਗੱਲ ਆਏਗੀ। ਮਨ ਤੋਂ ਹੀ ਸਾਰੀ ਗੱਲ ਖੇਡ ਸ਼ੁਰੂ ਹੁੰਦੀ ਹੈ। ਆਓ ਮੈਂ ਕੁਝ ਪ੍ਰਮਾਣ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਤਾਂ ਕਿ ਸਾਨੂੰ ਸਮਝ ਲੱਗ ਜਾਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਜਦੋਂ ਮਨ ਨੂੰ ਸੰਬੋਧਨ ਕਰਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ, ਮਨਾ ਕਿਹੜੀ ਭੈੜੀ ਮੱਤ ਲੈ ਲਈ ਹੈ ਤੂੰ, ਇਹਨੂੰ ਛੱਡ ਦੇ, ਤਿਆਗ ਦੇ ਇਹਨੂੰ। ਸੋਠ ਰਾਗ ਦਾ ਸ਼ਬਦ ਹੈ, ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਹੇ ਮਨਾ ਤੂੰ ਕਿਹੜੀ ਭੈੜੀ ਤੇ ਪੁੱਠੀ ਮੱਤ ਲੈ ਲਈ ਹੈ। ਜਦੋਂ ਤੁਸੀਂ ਆਨੰਦ ਸਾਹਿਬ ਦਾ ਪਾਠ ਕਰੋਗੇ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਮਨ ਨਾਲ ਸੰਬੰਧਿਤ ਬੜੇ ਸ਼ਬਦ ਆਏ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹੇ ਮੇਰੇ ਮਨਾ ਤੂੰ ਹਰੀ ਪਰਮਾਤਮਾ ਦੇ ਨਾਲ ਲੱਗਿਆ ਰਹਿ। ਪਰ ਗੁਰੂ ਅਮਰਦਾਸ ਮਹਾਰਾਜ ਜੀ ਥੋੜਾ ਜਿਹਾ ਵੀ ਕਹਿ ਦਿੰਦੇ ਨੇ ਵਿੱਚ, ਕਹਿੰਦੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਹੇ ਚੰਚਲ ਮਨ, ਚਤੁਰਾਈਆਂ ਨਾਲ ਨਹੀਂ ਪਰਮਾਤਮਾ ਨੂੰ ਪਾਇਆ ਜਾ ਸਕਦਾ। ਅਗਲੇ ਸ਼ਬਦ ਵਿੱਚ ਨਾਲ ਹੀ ਫਿਰ ਕਹਿ ਦਿੰਦੇ ਨੇ, ਕਹਿਣਗੇ ਹੈ ਤੂੰ ਚੰਚਲ ਪਰ ਬੜਾ ਪਿਆਰਾ ਹੈ, ਤੇਰੇ ਤੋਂ ਬਿਨਾ ਖੇਡ ਵੀ ਨਹੀਂ ਬਣਨੀ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੱਚ ਦੀ ਸੰਭਾਲ ਕਰ। ਜਦੋਂ ਗੁਰੂ ਗ੍ਰੰਥ ਸਾਹਿਬ ਚੋਂ ਤੱਕਾਂਗੇ ਤੇ ਸਤਿਗੁਰੂ ਮਹਾਰਾਜ ਜੀ ਕਦੇ ਕਦੇ ਇਸ ਮਨ ਨੂੰ ਥੋੜੀ ਜਿਹੀ ਝਿੜਕ ਵੀ ਮਾਰਦੇ ਨੇ। ਕਹਿੰਦੇ ਉਹ ਗਧਿਆ ਟਿਕ ਜਾ ਇੱਕ ਜਗ੍ਹਾ ਤੇ, ਟਿਕ ਜਾਏਗਾ ਤੇ ਤੈਨੂੰ ਕੁਝ ਪ੍ਰਾਪਤ ਹੋ ਜਾਏਗਾ। ਮਨ ਖੁੱਟਹਾਰ ਤੇਰਾ ਨਹੀਂ ਵਿਸ਼ਵਾਸ। ਖੁੱਟਹਾਰ ਦਾ ਮਤਲਬ ਗਧਾ। ਹੁਣ ਦੇਖਿਓ ਮੈਂ ਜਿਹੜੇ ਮਨ ਨਾਲ ਸੰਬੰਧਿਤ ਸ਼ਬਦ ਕਹਿ ਲੱਗੇ ਆ, ਸਤਿਗੁਰੂ ਮਹਾਰਾਜ ਜੀ ਨੇ ਬੜੇ ਪਿਆਰੇ ਸ਼ਬਦ ਵੀ ਕਹੇ ਤੇ ਝਿੜਕਾਂ ਵੀ ਮਾਰੀਆਂ। ਸਾਹਿਬ ਕਹਿੰਦੇ ਮਨ ਖੁੱਟਹਾਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਤਾ ਖਰ ਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਕਹਿਣ ਲੱਗੇ ਜਦੋਂ ਗਧੇ ਨੂੰ ਘੁਮਿਆਰ ਜਾਂ ਕੋਈ ਕਹਿ ਲੋ ਚਮਕਿਆ, ਘੁਮਿਆਰ ਨਹੀਂ, ਕੋਈ ਵੀ ਬੰਦਾ ਜਿਹੜਾ ਉਹਦੀ ਵਰਤੋਂ ਕਰਨ ਵਾਲਾ, ਉਹਦੇ ਤੇ ਸਮਾਨ ਢੋਣ ਵਾਲਾ ਹੈ, ਜਦੋਂ ਉਹਦੇ ਉੱਤੇ ਸਾਧ ਸੰਗਤ ਜੀ ਬੋਰੀ ਰੱਖ ਦਿੰਦਾ, ਬੋਰਾ ਰੱਖਦਾ, ਭਾਰ ਰੱਖ ਦਿੰਦਾ ਹੈ, ਉਸ ਤੋਂ ਬਾਅਦ ਆ ਪੈਂਖੜ ਖੋਲਦਾ, ਉਹਦੇ ਲੱਤ ਨੂੰ ਪਾਇਆ ਰੱਸਾ ਖੋਲਦਾ ਹੈ, ਤੇ ਜਿਹੜਾ ਉਹੀ ਗਧਾ ਦਲਤੇ ਮਾਰਦਾ ਸੀ ਹੁਣ ਚੁੱਪ ਕਰਕੇ ਤੁਰਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿੰਨੀ ਦੇਰ ਤੇਰੇ ਉੱਤੇ ਸ਼ਬਦ ਦਾ ਭਾਰ ਲੈ ਜਾਂਦਾ ਨਾ, ਤੂੰ ਤਾਂ ਦਲਤੇ ਮਾਰਦਾ, ਸ਼ਬਦ ਦਾ ਭਾਰ ਤੇਰੇ ਉੱਤੇ ਲੱਦਿਆ ਰਹਿ, ਤੂੰ ਦਲਤੇ ਨਾ ਮਾਰੇ। ਮੈਂ ਜਿਹੜੀ ਬੇਨਤੀ ਕਰ ਰਿਹਾ, ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਕਹਿ ਲਗੇ ਤੂੰ ਹਾਥੀ ਵੀ ਹੈ, ਮਨ ਕੁੰਚਰ ਪੀਲਕ ਗੁਰੂ। ਸਾਹਿਬ ਜੀ ਕਹਿੰਦੇ ਤੂੰ ਬੜਾ ਹਾਥੀ ਦੀ ਤਰ੍ਹਾਂ ਵੀ ਹੈ, ਤੇਰੇ ਅੰਦਰ ਕਈ। ਮੈਂ ਇੱਕ ਬੇਨਤੀ ਕਰਾਂ, ਮਨ ਹੈ ਕੀ? ਮਨ ਸਾਧ ਸੰਗਤ ਜੀ ਫੁਰਨਿਆਂ ਦਾ ਸੰਗ੍ਰਹਿ ਹੈ। ਵੈਸੇ ਇਹਦੇ ਤੇ ਵਿਦਵਾਨਾਂ ਦੀਆਂ ਬੜੀਆਂ ਰਾਇਆਂ ਨੇ। ਉਹ ਦੋ ਮਨ ਵੀ ਕਹਿੰਦੇ, ਕੋਈ ਤਿੰਨ ਵੀ ਕਹਿੰਦਾ ਹੈ। ਕਹਿੰਦੇ ਨੇ ਇੱਕ ਸੁਚੇਤ ਤੇ ਇੱਕ ਅਚੇਤ ਮਨ ਹੈ। ਜੋ ਕੁਝ ਹੁਣ ਸੁਣ ਰਹੇ ਹਾਂ ਤੇ ਸੁਣਾ ਰਹੇ ਹਾਂ, ਇਹ ਸਾਰਾ ਕੁਝ ਸੁਚੇਤ ਮਨ ਰਾਹੀਂ ਹੋ ਰਿਹਾ ਹੈ, ਤੇ ਜੋ ਅੱਪੜ ਰਿਹਾ ਅੱਗੇ ਅਚੇਤ ਵਿੱਚ ਜਾ ਰਿਹਾ ਹੈ।
ਸੌਖਾ ਜਿਹਾ ਸਮਝਣ ਲਈ ਜਦੋਂ ਅਸੀਂ ਕਈ ਵਾਰ ਗੱਲ ਕਰਦਿਆਂ ਰੁਕ ਜਾਂਦੇ, ਅਸੀਂ ਕਹਿੰਦੇ ਚੇਤਾ ਭੁੱਲ ਗਿਆ। ਬੰਦਾ ਕਹਿੰਦਾ ਨਾ ਮੇਰੀ ਜ਼ੁਬਾਨ ਤੇ ਹੈ ਉਸ ਬੰਦੇ ਦਾ, ਪਰ ਭੁੱਲ ਹੀ ਗਿਆ। ਕਹਿੰਦਾ ਹੁਣੇ ਹੀ ਅਜੇ ਮੈਨੂੰ ਯਾਦ ਸੀ ਪਰ ਭੁੱਲ ਗਿਆ। 2-4 ਮਿੰਟਾਂ ਬਾਅਦ ਬੰਦਾ ਕਹਿੰਦਾ ਹਾਂ ਆਹ ਸੀ ਨਾਮ ਜਿਹੜਾ ਮੈਨੂੰ ਭੁੱਲਿਆ ਸੀ। ਉਹ ਆਇਆ ਕਿੱਥੋਂ? ਜਿਹੜਾ ਸੁਚੇਤ ਤੋਂ ਅਚੇਤ ਵਿੱਚ ਗਿਆ ਹੋਇਆ ਸੀ ਨਾ, ਉਹਨੇ ਯਾਦ ਕਰਕੇ ਉਹਨੂੰ ਦੱਸ ਦਿੱਤਾ ਹੈ। ਕੁਝ ਵਿਦਵਾਨ ਹੋਰ ਵੀ ਬੜਾ ਖੋਲਦੇ ਨੇ ਗੱਲ ਨੂੰ। ਉਹ ਕਹਿੰਦੇ ਮਨ ਇਉਂ ਸਮਝ ਲਓ ਜਿਵੇਂ ਫਾਈਲ ਹੈ, ਜਿਹੜਾ ਤਨ ਹੈ ਇਹ ਇਉਂ ਸਮਝ ਲਓ ਜਿਵੇਂ ਉਹਦੇ ਉੱਤੇ ਜਿਹੜਾ ਸਾਸੰਗ ਨਕਸ਼ਾ ਤਿਆਰ ਕੀਤਾ, ਉੱਤੇ ਢਾਂਚਾ ਤਿਆਰ ਕੀਤਾ ਜਾਂਦਾ। ਬੁੱਧ ਤੇ ਸੁਰਤ ਨੂੰ ਇਹ ਕਹਿੰਦੇ ਨੇ ਜਿਵੇਂ ਇੰਸਪੈਕਟਰ ਹੋਵੇ। ਸੌਖਾ ਜਿਹਾ ਸਮਝਣ ਲਈ ਮਨ ਨੇ ਨਕਸ਼ਾ ਤਿਆਰ ਕੀਤਾ, ਕਿਉਂਕਿ ਮਨ ਦਾ ਨਕਸ਼ਾ ਤਿਆਰ ਕੀਤਾ ਤਨ ਕੰਮ ਕਰੇਗਾ। ਮਨ ਨੇ ਵੇਖਿਆ, ਫੁਰਨਾ ਬਣਾਇਆ, ਸਰੀਰ ਨੂੰ ਉਹਨੇ ਕਿਹਾ ਕੁਝ ਕਰਨ ਵਾਸਤੇ। ਤੇ ਮੈਂ ਕੁਝ ਵਿਦਵਾਨਾਂ ਦੀਆਂ ਰਾਏ ਇਹ ਵੀ ਪੜ੍ਹ ਰਿਹਾ ਸੀ, ਉਹ ਕਹਿੰਦੇ ਮਨ ਦਾ ਫੁਰਨਾ ਸਰੀਰ ਨੇ ਪੂਰਾ ਕੀਤਾ, ਸਜ਼ਾ ਸਰੀਰ ਨੂੰ ਮਿਲੀ। ਮੰਨ ਲਓ ਮਨ 'ਚ ਫੁਰਨਾ ਆਇਆ ਵੀ ਮੈਂ ਚੋਰੀ ਕਰਨੀ ਹੈ, ਮਨ ਦਾ ਫੁਰਨਾ ਤਨ ਨੇ ਚੋਰੀ ਕਰ ਲਈ, ਤੇ ਜਦੋਂ ਫੜਿਆ ਗਿਆ ਸਜ਼ਾ ਕਿਹਨੂੰ ਮਿਲੀ? ਤਨ ਨੂੰ। ਉਹ ਕਹਿੰਦੇ ਮਨ ਦੇ ਕੀਤੇ ਹੋਏ ਦਾ ਤਨ ਨੂੰ ਸਜ਼ਾ ਮਿਲਦੀ ਹੈ। ਤੇ ਸਾਧ ਸੰਗਤ ਜੀ ਇਸੇ ਕਰਕੇ ਤੇ ਬਾਣੀ ਸਾਰਾ ਜ਼ੋਰ ਲਾ ਰਹੀ ਮਨ ਦੇ ਉੱਤੇ। ਮਨ ਨੂੰ ਸਵਾਰਨ ਦੀ, ਸ਼ਿੰਗਾਰਨ ਦੀ ਗੱਲ ਤਾਂ ਵਾਰ-ਵਾਰ ਕੀਤੀ ਜਾ ਰਹੀ ਹੈ। ਇਹ ਜਿਹੜਾ ਮਨ 'ਚ ਫੁਰਨਾ ਉੱਠਦਾ, ਤਨ ਨੇ ਉਸ ਫੁਰਨੇ ਨੂੰ ਦੇਖਣਾ ਹੈ, ਜਿਹਨੂੰ ਅਸੀਂ ਬੁੱਧ ਕਹਿੰਦੇ ਹਾਂ ਨਾ। ਬੁੱਧ ਕੀ ਹੈ? ਜਿਵੇਂ ਹੋਰ ਸੌਖਾ ਜਿਹਾ ਸਮਝਣ ਲਈ, ਇੱਕ ਬੰਦਾ ਫਾਈਲ ਤਿਆਰ ਕਰਦਾ, ਉਹ ਦੂਜੇ ਕੋਲੇ ਭੇਜ ਦਿੰਦਾ ਹੈ। ਦੂਜਾ ਬੰਦਾ ਚੈੱਕ ਕਰਦਾ ਹੈ, ਚੈੱਕ ਕਰਨ ਤੋਂ ਬਾਅਦ ਵੇਖਦਾ ਇਹ 'ਚ ਕੀ ਸਹੀ ਹੈ ਤੇ ਕੀ ਗਲਤ ਹੈ, ਅੱਗੋਂ ਤੀਸਰੇ ਕੋਲੇ ਭੇਜ ਦਿੰਦਾ ਹੈ। ਤੀਸਰਾ ਫਿਰ ਵੇਖਦਾ ਨਹੀਂ, ਉਹ ਸਾਈਨ ਕਰ ਦਿੰਦਾ, ਕਹਿਣ ਲੱਗਾ ਜਿਹਨੇ ਫਾਈਲ ਚੈੱਕ ਕਰ ਲਈ ਉਹਨੂੰ ਵੇਖਣ ਦੀ ਕੀ ਲੋੜ ਹੈ। ਇਉਂ ਕਹਿੰਦੇ ਨੇ ਮਨ ਦੇ ਸੰਬੰਧੀ ਵਿਦਵਾਨ। ਉਹ ਕਹਿੰਦੇ ਮਨ ਦਾ ਫੁਰਨਾ ਬੁੱਧ ਉਹਦੇ ਉੱਤੇ ਵਿਚਾਰ ਕਰਦੀ ਹੈ ਵੀ ਜਿਹੜਾ ਫੁਰਨਾ ਬਣਿਆ ਇਹ ਫੁਰਨਾ ਸਹੀ ਸੀ ਕਿ ਗਲਤ ਸੀ। ਜੇ ਬੁੱਧ ਸਹੀ ਹੋਵੇਗੀ ਤੇ ਉਹ ਫੁਰਨੇ ਨੂੰ ਵਿਚਾਰ ਲਵੇਗੀ ਕਿ ਸਹੀ ਹੈ ਕਿ ਗਲਤ ਹੈ। ਅੱਗੋਂ ਮੱਤ ਆ ਗਈ ਜਾਂ ਸੁਰਤ ਆ ਗਈ, ਜਿਸ ਨੇ ਉਸ ਦੇ ਉੱਤੇ ਮੁੜ ਕੇ ਫੈਸਲਾ ਦੇ ਦੇਣਾ ਵੀ ਆਹ ਕੰਮ ਤੈਨੂੰ ਕਰ ਲੈਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਮੈਂ ਕੁਝ ਪ੍ਰਮਾਣ ਲੈ ਰਿਹਾ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ, ਇਹ ਘੜੀਆਂ ਜਾਂਦੀਆਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਟਕਸਾਲ ਦੇ ਅੰਦਰ। ਤੋਂ ਜੋ ਮੇਰੀ ਬੇਨਤੀ ਕਰ ਰਿਹਾ ਸੀ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਸ ਮਨ ਦੇ ਸੰਬੰਧੀ ਗੁਰ ਕੁੰਜੀ ਕੀ ਕੁਝ ਕਿਹਾ ਮਨ ਸੰਬੰਧੀ। ਗੁਰ ਕੁੰਜੀ ਪਾਹੂ ਨਿਵਲ। ਪਾਹੂ ਦਾ ਸਾਧ ਸੰਗਤ ਜੀ ਅਰਥ ਹੈ ਮਾਇਆ। ਨਿਵਲ ਕਹਿੰਦੇ ਨੇ ਜਿਹੜਾ ਜਾਨਵਰ ਦੇ, ਪਸ਼ੂ ਦੇ ਪੈਰ ਨੂੰ ਮਾਰਿਆ ਹੋਇਆ ਸੰਗਲ ਹੈ, ਜਿੰਦਰਾ ਮਾਰਿਆ ਹੋਇਆ। ਇਹਦੇ ਅਰਥ ਕੀਤੇ ਵਿਦਵਾਨਾਂ ਨੇ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ, ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੈ। ਤਾਗ ਮੈਨੇ ਦਰਵਾਜ਼ਾ। ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਕਿਸੇ ਦੂਸਰੇ ਦੇ ਹੱਥ ਵਿੱਚ ਇਹ ਕੁੰਜੀ ਨਹੀਂ। ਗੁਰੂ ਹੈ ਜਿਹੜਾ ਇਸ ਮਨ ਦੇ ਦਰਵਾਜ਼ੇ ਨੂੰ ਖੋਲ ਕੇ ਸਾਨੂੰ ਆਪਣਾ ਆਪਾ ਵਿਖਾ ਦੇਗਾ। ਜਿੱਥੇ ਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਮੂਲ ਦੀ ਪਹਿਚਾਣ ਗੁਰੂ ਕਰਵਾ ਸਕਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਚੋਂ ਤੱਕੀਏ ਕੁਝ ਹੋਰ ਵੀ ਮਨ ਦੇ ਸੰਬੰਧੀ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਭਗਤ ਕਬੀਰ ਸਾਹਿਬ ਕਹਿੰਦੇ, ਹੋ ਮਨਾ ਤੇਰੀ ਇੱਕ ਨਿੱਕੀ ਜੀ ਗਲਤੀ ਨੇ, ਉਦਾਹਰਨ ਬਾਂਦਰ ਦੀ ਲਈਏ, ਕਹਿਣ ਲੱਗੇ ਕਿ ਨਿੱਕੀ ਜੀ ਗਲਤੀ ਨੇ ਫੈਸਲਾ ਨਹੀਂ ਉਹ ਕਰ ਸਕਿਆ, ਨਾ ਫੈਸਲਾ ਕਰ ਸਕੇ ਉਹ ਘਰ ਘਰ ਦੇ ਵਿੱਚ ਨੱਚਦਾ ਫਿਰਦਾ ਹੈ। ਮਦਾਰੀ ਜਿਵੇਂ ਨਚਾਉਂਦਾ ਤਿਵੇਂ ਨੱਚੀ ਜਾਂਦਾ ਹੈ। ਸਾਧ ਸੰਗਤ ਜੀ ਕਬੀਰ ਸਾਹਿਬ ਦਾ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਉੱਥੇ ਵੀ ਮਨ ਦੀ ਗੱਲ ਹੀ ਕੀਤੀ ਹੈ। ਭਲ ਝੱਲਿਆ ਹੈ ਪਾਗਲਾ, ਹੈ ਬੌਰੇ ਮੇਰੇ ਮਨਾ ਤੂੰ ਕਰ ਕੀ ਰਿਹਾ ਹੈ। ਮੈਂ ਕਈ ਵਾਰ ਅੱਗੇ ਬੇਨਤੀ ਕੀਤੀ, ਬਹੁਤ ਸ਼ਬਦ ਨੇ ਜਿਹੜੇ ਹਾਥੀ ਦੇ, ਮੱਛੀ ਦੇ, ਬਾਂਦਰ ਦੇ, ਗਧੇ ਦੇ ਆਉਣਗੇ ਗੁਰਬਾਣੀ 'ਚ, ਉਹ ਸਾਰੇ ਦੇ ਸਾਰੇ ਮਨੁੱਖਾਂ ਨਾਲ ਸੰਬੰਧਿਤ ਨੇ। ਗੱਲ ਸਾਡੀ ਕੀਤੀ ਹੋਈ ਹੈ। ਹੁਣ ਬਾਂਦਰ ਨੂੰ ਥੋੜਾ ਕਹਿ ਰਹੇ ਨਾ ਤਾਂ ਉਹਨੇ ਕੰਮ ਕਰਨੋਂ ਹਟਣਾ ਹੈ, ਉਹਦੀ ਜੂਨ ਉਹਨੇ ਤੋਂ ਕੁਝ ਕਰਦੇ ਰਹਿਣਾ। ਉਹਦੇ 'ਚੋਂ ਸਾਨੂੰ ਸਮਝਾਇਆ ਗੁਰੂ ਮਹਾਰਾਜ ਜੀ ਨੇ ਕਿ ਬਾਣੀ ਕਹਿ ਰਹੀ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਮਰਕਟ ਮੁਸ਼ਟੀ ਅਨਾਜ ਕੀ ਹੈ ਬਾਂਦਰ। ਤੇਰੇ ਅੰਦਰ ਇੱਕ ਭੁਲੇਖਾ ਪੈ ਗਿਆ, ਜਾਂ ਇਉਂ ਕਹਿ ਲਓ ਤੈਨੂੰ ਇੱਕ ਲਾਲਚ ਆ ਗਿਆ ਤੇਰੇ ਅੰਦਰ ਇਹ ਕਿ ਕੁੱਜੇ ਵਿੱਚ ਪਏ ਹੋਏ ਜਿਹੜੇ ਛੋਲੇ ਨੇ ਇਹਨੂੰ ਖਾਣ ਲਈ ਤੇਰੇ ਮਨ ਜਿਹੜਾ ਲਾਲਚ ਆਇਆ। ਮਦਾਰੀ ਇਸ ਨੂੰ ਫੜਨ ਦਾ ਤਰੀਕਾ ਸੌਖਾ ਜਿਹਾ, ਉਹ ਕੁੱਜਾ ਜ਼ਮੀਨ 'ਚ ਦੱਬ ਦਿੰਦੇ ਆ, ਉਹਦਾ ਹੱਥ ਕੁੱਜੇ ਦਾ ਮੂੰਹ ਇੰਨਾ ਹੁੰਦਾ ਕਿ ਬਾਂਦਰ ਦਾ ਹੱਥ ਪੈ ਜਾਵੇ, ਪਰ ਮੁੱਠ ਜਦੋਂ ਉਸ ਦੇ ਛੋਲੇ ਆ ਜਾਣਗੇ ਤੇ ਹੱਥ ਪਾਉਣਾ ਸੌਖਾ ਹੈ, ਪਰ ਜਦੋਂ ਉਹਦੇ ਵਿੱਚ ਛੋਲੇ ਮੁੱਠ 'ਚ ਆ ਕੇ ਬਾਹਰ ਨਿਕਲਣਾ ਹੱਥ ਜਿਹੜਾ ਹੈ ਉਹ ਨਹੀਂ ਕੁੱਜੇ 'ਚੋਂ ਨਿਕਲੇਗਾ, ਕਿਉਂਕਿ ਇਸ ਹਿਸਾਬ ਨਾਲ ਬਣਾਇਆ। ਇਸ ਤਰ੍ਹਾਂ ਪਕੜਦੇ ਨੇ। ਭਗਤ ਕਬੀਰ ਸਾਹਿਬ ਕਹਿੰਦੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੂਟਣ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਰਕਟ ਮੁਸ਼ਟੀ ਅਨਾਜ ਕੀ ਲੀਨੀ ਹੱਥ ਪਸਾਰ, ਲੀਨੀ ਹੱਥ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ हाथ पसार छूटन को
ਸਹਿਸਾ ਪਰਿਆ ਮਨ ਬੌਰਾ ਰੇ। ਤੂੰ ਛੁੱਟਣ ਵਾਸਤੇ ਇੱਕ ਸਹਿਮ ਚ ਪੈ ਗਿਆ, ਜਾਂ ਤੂੰ ਐਂ ਕਹਿ ਲੋ ਭਟਕਣਾ ਚ ਪੈ ਗਿਆ। ਤੂੰ ਫੈਸਲਾ ਨਹੀਂ ਕਰ ਸਕਦਾ ਵੀ ਕਿਹੜਾ ਕੰਮ ਕਰਾਂ। ਜੇ ਛੱਡ ਦੇਨੋ ਤੇ ਤੂੰ ਘਰ ਘਰ ਨਾ ਨੱਚ ਦੋ, ਨਾਚਿਆ ਘਰ ਘਰ ਬਾਹਰ, ਤੈਨੂੰ ਨਚਾਇਆ ਗਿਆ। ਮਨ ਵੀ ਇਸੇ ਤਰ੍ਹਾਂ ਹੈ, ਜਦੋਂ ਇਹਦੀਆਂ ਮੰਨਦੇ ਹਨ ਤੇ ਸਾਧ ਸੰਗਤ ਜੀ ਫਿਰ ਨਚਾਉਂਦਾ ਹੈ ਵੀ ਘਰ ਘਰ ਵਿੱਚ ਹੀ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਜਿਹੜੀ ਮੈਂ ਬੇਨਤੀ ਕਰ ਰਿਹਾ, ਮਨ ਸੰਬੰਧੀ ਬਹੁਤ ਸ਼ਬਦ ਆਏ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਮਨ ਨੂੰ ਸਮਝਾਉਣ ਲਈ ਜਾਂ ਇਸ ਮਨ ਨੂੰ ਗੁਰੂ ਨਾਲ ਜੋੜਨ ਲਈ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਇੱਕ ਕੰਮ ਕਰ ਲਓ। ਉਹ ਕਿਹੜਾ ਹੈ? ਮਨ ਵਸਿਆ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇ ਉਹਦੀ ਕਿਰਪਾ ਦੇ ਪਾਤਰ ਬਣ ਜਾਈਏ ਤਾਂ ਮਨ ਵਸ ਵਿੱਚ ਆ ਸਕਦਾ ਹੈ, ਨਹੀਂ ਤੇ ਸਤਿਗੁਰੂ ਦੀ ਬਾਣੀ 'ਚ ਇੰਨੇ ਸ਼ਬਦ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਇਸ ਮਨ ਦੀ ਕਦੀ ਹਾਲਤ ਤੱਕੀਏ ਨਾ ਤੇ ਕਰਦਾ ਪਤਾ ਕੀ ਜੇ ਇਹ? ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਕਰਦਾ ਹੈ ਕਿ ਮਨ ਦਾ ਸੁਭਾਅ ਇਸ ਤਰ੍ਹਾਂ ਹੈ, ਜਿਹੇ ਘਰ ਕਥਾ ਹੋਤ ਹਰ ਸੰਤਨ। ਮਨ ਦੀ ਹਾਲਤ ਕੀਤੀ ਉਹਨਾਂ ਨੇ ਬਿਆਨ, ਕੀ ਹੈ ਸਾਡੀ ਮਨ ਦੀ ਹਾਲਤ? ਜਿਹੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਇੱਕ ਨਿਮਖ ਜਿੰਨਾ ਸਮਾਂ ਵੀ ਮੈਂ ਉਧਰ ਨਹੀਂ ਆਇਆ। ਜਿਸ ਘਰ ਦੇ ਵਿੱਚ ਇਹਨੂੰ ਹਿਰਦਾ ਰੂਪੀ ਘਰ ਵੀ ਕਹਿ ਸਕਦੇ ਹੋ ਤੇ ਬਾਹਰੀ ਸਤ ਸੰਗਤ ਵੀ ਇਹਦਾ ਬਾਹਰੀ ਪ੍ਰਮਾਣ ਵੀ ਲੈ ਸਕਦੇ ਹੋ, ਅੰਤਰੀ ਵੀ ਲੈ ਸਕਦੇ ਹੋ। ਕਹਿ ਲਗੇ ਜਿੱਥੇ ਰੱਬ ਦੀ ਗੱਲ ਹੋ ਰਹੀ ਹੈ, ਇੱਕ ਨਿਮਖ ਜਿੰਨਾ ਮੈਂ ਸਮਾਂ ਨਹੀਂ ਲਾਉਂਦਾ ਉਧਰ। ਪਰ ਮਨਾ ਤੂੰ ਕਿਹੜੇ ਬੰਨੇ ਜ਼ਿਆਦਾ ਸਮਾਂ ਲਾਉਣਾ ਹੈ? ਲੰਪਟ, ਚੋਰ, ਦੂਤ, ਮਤਵਾਰੇ, ਤਿੰਨ ਸੰਗ ਸਦਾ ਬਸਿਆ। ਕਹਿ ਲਗੇ ਲੰਪਟ ਵਿਸ਼ਈ, ਚੋਰ ਕਹਿ ਲਗੇ ਦੂਤ ਜਿਹੜੇ ਠੱਗ ਨੇ, ਕਹਿ ਲਗੇ ਮਤਵਾਰੇ ਭਾਵ ਕੇ ਨਸ਼ਈ। ਕਬੀਰ ਸਾਹਿਬ ਨੇ ਕਮਾਲ ਕਰਤੀ, ਕਹਿ ਲਗੇ ਹੇ ਮੇਰੇ ਮਨਾ, ਤੇਰਾ ਸੰਗ ਹਮੇਸ਼ਾ ਉਹਨਾਂ ਨਾਲ ਬਣਿਆ ਰਹਿੰਦਾ ਹੈ, ਚੋਰਾਂ ਨਾਲ, ਵਿਸ਼ਈਆਂ ਨਾਲ, ਨਸ਼ਈਆਂ ਨਾਲ, ਗੁੰਡਿਆਂ ਨਾਲ, ਬਦਮਾਸ਼ਾਂ ਨਾਲ। ਉਧਰਲੇ ਬਨੇ ਤੂੰ ਹਰ ਵੇਲੇ ਲੱਗਾ ਰਹਿੰਦਾ ਹੈ। ਤੇ ਜੇ ਇਹਦੇ ਅਰਥ ਅੰਤਰੀ ਵੀ ਕਰਨੇ ਹੋਣ ਤੇ ਫਿਰ ਕੀ ਬਣਦੇ ਆ? ਫਿਰ ਇਹਦੇ ਅਰਥ ਇਹ ਬਣ ਗਏ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨੇ ਬੂਝੈ, ਕੋਈ ਨਾ ਸੁਣੈ ਪੁਕਾਰਾ। ਫਿਰ ਇਹਦੇ ਅਰਥ ਇਹ ਹੋ ਜਾਣਗੇ। ਤੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਆਪਾਂ ਸਾਧ ਸੰਗਤ ਜੀ ਸਮਝ ਰਹਿ ਕੇ ਸਮਾਪਤੀ ਕਰਨੀ ਹੈ। ਸਾਹਿਬ ਜੀ ਦਾ ਬਚਨ ਹੈ, ਭਗਤ ਸੂਰਦਾਸ ਜੀ ਕਹਿੰਦੇ ਛਾੜ ਮਨ ਹਰ ਵਿਮੁਖਨ ਕੋ ਸੰਗ ਮੇਰੇ ਮਨਾ। ਉਹਨਾਂ ਦਾ ਸੰਗ ਛੱਡ ਦੇ ਜਿਹਦੇ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਿਛ ਲਾਗੈ ਦਾਗ। ਜਿਹਦੇ ਬਾਰੇ ਸਤਿਗੁਰੂ ਮਹਾਰਾਜ ਕਹਿੰਦੇ ਮਨਮੁਖ ਸੌ ਕਰ ਦੋਸਤੀ, ਸੁਖ ਕੇ ਪੁੱਛੇ ਮੇ ਤੋਂ ਮਿੱਤਰਾ। ਮਨਮੁਖ ਨਾਲ ਦੋਸਤੀ ਕਰਕੇ ਕਿਹੜਾ ਸੁਖ ਭਾਲਦਾ ਹੈ? ਅਗਲੀ ਤੁਕ ਵਿੱਚ ਨਾਲ ਕਰਤਾ, ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੋ ਲਾਏ ਚਿੱਤ। ਕਹਿਣ ਲੱਗੇ ਜੇ ਤੂੰ ਗੁਰਮੁਖ ਤੋਂ ਭਾਵ ਹੋ ਗਿਆ ਸਾਧ ਸੰਗਤ, ਭਲੇ ਪੁਰਸ਼ ਰੱਬ ਵਾਲੇ ਬੰਨੇ ਤੁਰੇ ਹੋਏ ਗੁਰਸਿੱਖ, ਉਹਨਾਂ ਨਾਲ ਮਿਲੇਗਾ, ਤੇਰਾ ਰੱਬ ਵਾਲੇ ਬੰਨੇ ਨੇੜਤਾ ਬਣ ਜਾਏਗੀ। ਤੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਕਹਿ ਰਹੀ, ਹੇ ਮੇਰੇ ਮਨਾ, ਛੱਡ ਦੇ ਉਹਨਾਂ ਦਾ ਸਾਥ ਤੇ ਉਹਨਾਂ ਦਾ ਸੰਗ ਜਿਹੜੇ ਮਨ ਪਿਛੇ ਤੁਰਨ ਵਾਲੇ। ਤੇ ਗੁਰੂ ਅਰਜਨ ਦੇਵ ਜੀ ਦੀ ਵਿਆਖਿਆ ਕਰਨ ਲੱਗੇ ਹੈ, ਕਹਿਣ ਲੱਗੇ ਭਾਈ ਇੱਕ ਤੁਕ ਤਾਂ ਇੱਕੋ ਹੀ ਹੈ ਕਿ ਛਾੜ ਮਨ ਹਰ ਵਿਮੁਖਨ ਕੋ ਸੰਗ। ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਸੂਰਦਾਸ ਜੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਉਹਨੂੰ ਸੌਖਾ ਸਮਝਾਉਣ ਲਈ ਮੇਰੇ ਸਾਹਿਬ ਕਹਿੰਦੇ ਨੇ ਕਿਵੇਂ ਛੱਡਿਆ ਜਾ ਸਕਦਾ ਹੁਣ ਸਾਥ ਤੇ ਸੰਗ। ਹੁਣ ਉਹਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਵਿੱਚ ਹੈ। ਮੇਰੇ ਸਾਹਿਬ ਕਿਰਪਾ ਕਰਦੇ, ਸਾਰੰਗ ਮਹਿਲਾ ਪੰਜਵਾਂ, ਸਾਰੰਗ ਰਾਗ ਮਹਿਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਸੂਰਦਾਸ ਸਰਲੇਖ ਹੈ ਕਿ ਇਹ ਸ਼ਬਦ ਸੰਬੋਧਨ ਹੈ ਭਗਤ ਸੂਰਦਾਸ ਨੂੰ ਜਾਂ ਉਹਦੇ ਸ਼ਬਦ ਦੀ ਵਿਆਖਿਆ ਲਈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਉਹਦੀ ਸਮਝ ਪੈਂਦੀ ਹੈ। ਅੱਗੇ ਸਾਹਿਬ ਕਹਿੰਦੇ ਹਰ ਕੇ ਸੰਗ ਬਸੇ ਹਰ ਲੋਕ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿਵੇਂ ਸਾਥ ਛੁੱਟੇ ਹੁਣ? ਐਵੇਂ ਛੁੱਟ ਜਾਂਦਾ ਹਰੀ ਦੇ ਜਿਹੜੇ ਜਨ ਨੇ, ਉਹਦੇ ਜਿਹੜੇ ਸੇਵਕ ਨੇ ਨਾ, ਉਹ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ। ਹਰ ਕੇ ਸੰਗ ਬਸੇ ਹਰ ਲੋਕ। ਹਰ ਲੋਕ ਦਾ ਮਤਲਬ ਹੋ ਗਿਆ ਰੱਬ ਦੇ ਪਿਆਰੇ ਗੁਰਸਿੱਖ ਗੁਰਮੁਖ। ਕੋਈ ਸ਼ਬਦ ਵੀ ਵਰਤ ਲਓ ਉਹਨਾਂ ਵਾਸਤੇ। ਹਰੀ ਦੇ ਲੋਕ, ਹਰੀ ਦੇ ਜਨ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਬੜੀ ਸੋਹਣੀ ਵਿਆਖਿਆ ਕਰਦੇ ਨੇ। ਮੇਰੇ ਸਾਹਿਬ ਜੀ ਕਹਿੰਦੇ ਉਹਨਾਂ ਦੇ ਅੰਦਰ ਕਿਹੜੇ ਗੁਣ ਹੁੰਦੇ ਆ ਜਿਹੜੇ ਗੁਣ ਕਰਕੇ ਪਰਮਾਤਮਾ ਦੇ ਨੇੜੇ ਹੋ ਜਾਂਦੇ ਆ। ਠਾਕੁਰ ਕਾ ਸੇਵਕ ਆਗਿਆਕਾਰੀ, ਆਹ ਨੇ ਗੁਣ ਨਾਲ ਹਰੀ ਦੇ ਜਨਾਂ ਅੰਦਰ। ठाकुर का सेवक आज्ञाकारी, ठाकुर का सेवक सदा पुजारी, ठाकुर के सेवक है मन प्रतीत, ठाकुर के सेवक की निर्मल रीत, ठाकुर को सेवक जाने संग, प्रभ का सेवक नाम के रंग, सेवक को प्रभ पालनहारा, सेवक की राखै निरंकारा। सो सेवक जिस दया प्रभ धारे, नानक सो सेवक सास सास समारे।
ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਨੇ ਹਰੀ ਦੇ ਜਨ ਜਿਹੜੇ ਉਹਦੇ ਨਿਕਟ ਹੋ ਕੇ ਜੁੜੇ ਰਹਿੰਦੇ ਨੇ। ਪਾਪ ਕਰਨ ਨੂੰ ਹਰ ਵੇਲੇ ਆਪਣੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਯਾਦ ਬਣੀ ਰਹਿੰਦੀ ਹੈ। ਤੋ ਸਾਹਿਬ ਇੱਥੇ ਕਿਰਪਾ ਕਰਦੇ ਨੇ, ਹਰੀ ਦੇ ਜਨ ਹਰੀ ਦੇ ਦਾਸ ਜਿਹੜੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ। ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬ ਸਭ ਅਰਪਿਓ ਆਨੰਦ ਸਹਿਜ ਧੁਨ ਝੋਕ। ਰਹਾਉ ਵਾਲੀਆਂ ਤੁਕਾਂ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਕੀ ਕਰਦੇ ਨੇ? ਹਰੀ ਦੇ ਜਨ ਕੌਣ ਨੇ? ਵਿਆਖਿਆ ਗੁਰੂ ਸਾਹਿਬ ਆਪ ਹੀ ਕਰੀ ਜਾਂਦੇ ਨੇ। ਤਨ ਮਨ ਅਰਪ, ਉਹ ਆਪਣਾ ਤਨ ਮਨ ਅਰਪ ਦਿੰਦੇ ਨੇ। ਸਰਬਸ ਸਾਰਾ ਕੁਝ ਅਰਪ ਦਿੱਤਾ ਪਰਮਾਤਮਾ ਨੂੰ, ਤੇ ਫਿਰ ਮਿਲਿਆ ਕਿ ਉਹਦੇ ਬਦਲੇ ਵਿੱਚ ਆਨੰਦ ਸਹਿਜ ਧੁਨ ਝੋਕ। ਝੋਕ ਦੇ ਅਰਥ ਕੀਤੇ ਹੁਲਾਰਾ, ਧੁਨ ਦੇ ਅਰਥ ਕੀਤੇ ਨੇ ਰਾਗ ਨਾਦ। ਮਤਲਬ ਇਹਦਾ ਇਹ ਬਣ ਗਿਆ ਉਹਨਾਂ ਦੇ ਅੰਦਰ ਉਤਸ਼ਾਹ ਹੁਲਾਰਾ ਸਦਾ ਲਈ ਬਣਿਆ ਰਹਿੰਦਾ, ਆਨੰਦ ਬਣਿਆ ਰਹਿੰਦਾ ਹੈ ਹਰੀ ਦੇ ਜਨਾਂ ਅੰਦਰ। ਗੁਰੂ ਅਰਜਨ ਦੇਵ ਦਾ ਇੱਕ ਸ਼ਬਦ ਹੈ ਸਾਧ ਸੰਗਤ ਜੀ, ਕਈ ਵਾਰ ਹੁਕਮਨਾਮੇ ਰੂਪ ਵਿੱਚ ਆਇਆ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਜਗਿਆਸੂ ਆ ਕੇ ਪੁੱਛਦਾ ਹੈ, ਜਿਹੜੀ ਮੈਂ ਬੇਨਤੀ ਕਰਨ ਲੱਗਿਆ ਕਿ ਅਰਪਣ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ, ਕੀ ਅਰਪੀਏ ਪ੍ਰਮਾਤਮਾ ਨੂੰ? ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਸੇਵਕ, ਇੱਕ ਜਿਵੇਂ ਕਹ ਲੋ ਜਗਿਆਸੂ ਸਵਾਲ ਕਰਦਾ, ਦੂਜਾ ਜਿਹੜਾ ਜੁੜਿਆ ਹੋਇਆ ਉਹਦਾ ਜਵਾਬ ਦਿੰਦਾ, ਮਿੱਤਰਾ ਜੇ ਤੂੰ ਮਿਲਣਾ ਚਾਹੁੰਦਾ ਫਿਰ ਇੱਕ ਕੰਮ ਕਰ ਲੈ। ਉਹ ਸ਼ਬਦ ਹੈ ਸਾਧ ਸੰਗਤ ਜੀ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਵ ਦਿਖਾਈ, ਸੁਣ ਮੀਤਾ ਧੂਰੀ ਕੋ ਬਰ ਜਾਈ, ਇਹ ਮਨ ਤੇਰਾ ਭਾਈ ਪਾਮ ਮਲੋਵਾ ਮਨ ਮਲ ਧੋਵਾ, ਇਹ ਮਨ ਤੈ ਤੂੰ ਦੇਸਾਂ, ਸੁਣ ਮੀਤਾ ਹੋ ਤੇਰੀ ਸ਼ਰਨਾਈ, ਆਇਆ ਪ੍ਰਭ ਮਿਲੋ ਦਿਓ ਉਪਦੇਸ਼ਾ। ਮਿੱਤਰਾ ਮੈਨੂੰ ਦੱਸ ਉਹਦੇ ਮਿਲਾਪ ਦਾ ਕੀ ਗੁਣ ਹੈ, ਕਿੱਦਾਂ ਮਿਲਿਆ ਜਾ ਸਕਦਾ ਹੈ? ਉਹ ਅੱਗੋਂ ਜਵਾਬ ਦੇ ਕੇ ਕਹਿੰਦਾ ਵੀ ਇੱਕ ਕੰਮ ਕਰਨਾ ਪਏਗਾ, ਜਿਹੜਾ ਸਤਿਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਨਾ ਕਿ ਤਨ ਮਨ ਅਰਪ ਸਰਬ ਸਭ ਅਰਪਿਓ, ਤੇ ਉਹ ਸ਼ਬਦ ਵਿੱਚ ਵੀ ਇਹਦੀ ਇਹੀ ਵਿਆਖਿਆ ਹੈ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਜਵਾਬ ਕੀ ਮਿਲਦਾ ਹੈ? ਮਾਨ ਨ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈਐ। ਉਹ ਕਹਿੰਦਾ ਪਹਿਲੀ ਗੱਲ ਇਹ ਕਿ ਆਪਣਾ ਤਨ ਮਨ ਇੱਕ ਮਾਨ ਤਿਆਗ ਦੇ, ਉਹਦੀ ਸ਼ਰਨ ਵਿੱਚ ਪੈ ਜਾ, ਜੋ ਕਰਦਾ ਇਹਨੂੰ ਭਲਾ ਕਰਕੇ ਮੰਨ ਲੈ। ਅੱਗੋਂ ਕੀ ਕਹਿੰਦਾ? ਸੁਣ ਮੀਤਾ ਜੀਓ ਪਿੰਡ ਸਭ ਤਾਨੇ ਅਰਪੀਜੈ, ਤਨ ਮਨ ਅਰਪ ਸਰਬ ਸਭ ਅਰਪਿਓ। ਗੁਰੂ ਅਰਜਨ ਦੇਵ ਜੀ ਭਗਤ ਸੂਰਦਾਸ ਦੇ ਸ਼ਬਦ ਰਾਹੀਂ ਕਹਿ ਰਹੇ ਨੇ। ਇੱਥੇ ਕੀ ਕਹਿੰਦੇ ਨੇ? ਮੀਤਾ ਸੁਣ ਮੀਤਾ ਜੀਓ ਪਿੰਡ ਸਭ ਤਾਨੇ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਜਿਹਨੂੰ ਕਬੀਰ ਸਾਹਿਬ ਕਹਿੰਦੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਜਿਹਨੂੰ ਸਤਿਗੁਰੂ ਅਮਰਦਾਸ ਜੀ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਜਿਹਨੂੰ ਰਵਿਦਾਸ ਭਗਤ ਜੀ ਕਹਿੰਦੇ ਤਨ ਮਨ ਅਰਪੋਂ ਪੂਜ ਚਿਰਾਵੋਂ ਗੁਰ ਪ੍ਰਸਾਦ ਨਿਰੰਜਨ ਪਾਵੋਂ। ਆ ਹੈ ਪਰਮਾਤਮਾ ਨੂੰ ਅਰਪਣਾ, ਉਹਨੂੰ ਭੇਟਾ ਕਰਨੀ। ਤੋ ਸਾਹਿਬ ਜੀ ਕਹਿੰਦੇ ਤਨ ਮਨ ਅਰਪ ਸਰਬ ਸਭ ਅਰਪਿਓ ਆਨੰਦ ਸਹਿਜ ਧੁਨ ਝੋਕ। ਰਹਾਉ ਵਾਲੀਆਂ ਤੁਕਾਂ ਰਹਾਉ। ਅੱਗੇ ਸਤਿਗੁਰੂ ਕਹਿੰਦੇ ਨੇ ਦਰਸ਼ਨ ਪੇਖ ਭਏ ਨਿਰਭਖਈ ਛਾੜ ਮਨ ਹਰ ਬੇਮੁਖਨ ਕੋ ਸੰਗ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿੱਦਾਂ ਸੰਗ ਛੁੱਟੇਗਾ? ਮੇਰੇ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਕਿ ਦਰਸ਼ਨ ਪੇਖ ਭਏ ਨਿਰਭਖਈ, ਜਿਨ੍ਹਾਂ ਨੂੰ ਵਾਹਿਗੁਰੂ ਪ੍ਰਮਾਤਮਾ ਦੇ ਦੀਦਾਰ ਹੋ ਗਏ। ਤੇ ਸਾਧ ਸੰਗਤ ਜੀ ਦੀਦਾਰ ਦਾ ਮਤਲਬ ਗੁਰੂ ਦੇ ਦਰਸ਼ਨ, ਗੁਰੂ ਦੇ ਦੀਦਾਰ ਦਾ ਮਤਲਬ ਪ੍ਰਮਾਤਮਾ ਦੇ ਦੀਦਾਰ ਦਾ ਮਤਲਬ ਕੋਈ ਬਾਹਰੀ ਚਿੰਨ੍ਹ ਨਹੀਂ। ਬਸ ਸਤਿਗੁਰੂ ਦੀ ਬਾਣੀ ਕਹਿੰਦੀ ਜੇ ਤੈਨੂੰ ਗੁਰੂ ਦੀ ਬਾਣੀ ਵਿੱਚੋਂ ਹੀ ਗੁਰੂ ਦੇ ਦੀਦਾਰ ਨੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗੁਰ ਮੂਰਤ, ਭਾਈ ਗੁਰਦਾਸ ਗੁਰ ਮੂਰਤ, ਗੁਰ ਸ਼ਬਦ ਹੈ। ਗੁਰੂ ਦੇ ਸ਼ਬਦ ਰਾਹੀਂ ਗੁਰੂ ਦੀ ਮੂਰਤ ਤੁਹਾਨੂੰ ਸਾਹਮਣੇ ਨਜ਼ਰ ਆਏਗੀ। ਜਦੋਂ ਗੁਰੂ ਦੀ ਮੂਰਤ ਵੇਖਣੀ ਹੋਵੇ ਤੇ ਗੁਰੂ ਦਾ ਸ਼ਬਦ ਦੇਖ ਲਓ, ਗੁਰੂ ਦੇ ਸ਼ਬਦ ਵਿੱਚੋਂ ਗੁਰੂ ਕੀ ਮੂਰਤ ਨਜ਼ਰ ਆ ਜਾਏਗੀ। ਤੋ ਜਿਹੜੀ ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਮਹਾਰਾਜ ਕਹਿੰਦੇ ਦਰਸ਼ਨ ਪੇਖ ਭਏ ਨਿਰਭਖਈ ਪਾਏ ਹੈ ਸਗਲੇ ਥੋਕ। ਉਹਨਾਂ ਨੇ ਥੋਕ ਦਾ ਮਤਲਬ ਸਾਰਾ ਕੁਝ ਪਦਾਰਥ, ਉਹਨਾਂ ਨੂੰ ਸਭ ਕੁਝ ਮਿਲ ਗਿਆ ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰੂ ਪਰਮਾਤਮਾ ਦੇ ਦੀਦਾਰ ਕੀਤੇ, ਜਿਨ੍ਹਾਂ ਨੇ ਆਪਣਾ ਤਨ ਮਨ ਅਰਪ ਦਿੱਤਾ, ਪਰਮਾਤਮਾ ਦੇ ਦੀਦਾਰ ਕੀਤੇ। ਤੇ ਸਾਹਿਬ ਜੀ ਕਹਿੰਦੇ ਦਰਸ਼ਨ ਪੇਖ ਭਏ ਨਿਰਭਖਈ ਪਾਏ ਹੈ ਸਗਲੇ ਥੋਕ। ਅਗਲੀਆਂ ਤੁਕਾਂ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਆਨ ਬਸਤ ਸਿਉ ਕਾਜ ਨਾ ਕਛੂਏ। ਉਹਨਾਂ ਦਾ ਕਿਸੇ ਹੋਰ ਵਸਤੂ ਦਾ ਭਾਵੇ ਬਣ ਗਿਆ। ਉਹਨਾਂ ਦੇ ਮਨ ਦੇ ਸਾਰੇ ਫੁਰਨੇ ਖਤਮ ਹੋ ਗਏ। ਉਹਨਾਂ ਅੰਦਰੋਂ ਕੋਈ ਫੁਰਨਾ ਉੱਠਦਾ ਹੀ ਨਹੀਂ, ਕਿਸੇ ਪ੍ਰਕਾਰ ਦਾ ਫੁਰਨਾ ਨਹੀਂ ਉੱਠੇਗਾ। ਸਤਿਗੁਰੂ ਮਹਾਰਾਜ ਕਹਿੰਦੇ ਅਫੁਰ ਹੋ ਗਏ, ਸੁੰਨ ਹੋ ਗਏ। ਉਹਨਾਂ ਦੇ ਹਿਰਦੇ ਵਿੱਚ ਹੁਣ ਕੋਈ ਫੁਰਨਾ ਨਹੀਂ ਉੱਠਦਾ। ਮੇਰੇ ਸਾਹਿਬ ਕਹਿੰਦੇ ਆਨ ਬਸਤ ਸਿਉ ਕਾਜ ਨਾ ਕਛੂਏ, ਇੱਕੋ ਹੀ ਫੁਰਨਾ ਉੱਠਦਾ, ਸੁੰਦਰ ਬਦਨ ਆਲੋਕ। ਸੁੰਦਰ ਜਿਹਦੇ ਵਰਗਾ ਕੋਈ ਹੋਰ ਸੁੰਦਰ ਨਹੀਂ, ਬਦਨ ਚਿਹਰਾ ਮੁਖੜਾ ਆਲੋਕ ਦੀਦਾਰ।
सतगुरु अर्जन देव जी कहते ने प्यारिओ, उन्हां अंदर इक्को चाहत लगी रहिंदी है कि दर्शन देखने का चाओ। उन्हां अंदर ये चाहत लगी रहिंदी है कि कोई जन हरस्यो देवै जोर। उन्हां अंदर ये चाहत लगी रहिंदी है कि कोई आण मिलावे मेरा प्रीतम प्यारा, हाँ तिस पै आप बचाए। यह चाहत उन्होंने बनी रहिंदी है। सतगुरु महाराज जी कहते आन बस्त स्यों काज न कछु है, सुंदर बदन आलोक। ते अगे सतगुरु गरीब निवास सच्चे पातशाह महाराज जी कहते श्याम सुंदर तज। शब्द दियां अखीरलियां पंक्तियां च समाप्ति करदे हैं। गुरु अर्जन देव महाराज जी कहते ने श्याम सुंदर तज। हुण श्याम सुंदर दे अर्थ कीते ने, अखरी अर्थ दे बन गए कि सामला रंग वाला कृष्ण, पर ये अर्थ कृष्ण नहीं, ये अर्थ परमात्मा करांगे। तुसीं कहोगे भाई साहब तुसीं अपनी मर्जी नाल, बिल्कुल नहीं। गुरु ग्रंथ साहिब चों आपां शब्द लवांगे। सतगुरु महाराज जी कहते श्याम सुंदर तज नींद क्यों आई। उत्थे भी परमात्मा वाहिगुरू नूं तजण दी गल कीती है। इत्थे परमेश्वर नाल संबंधित परमात्मा नूं कहा गया है श्याम सुंदर तज। सतगुरु महाराज जी कहते ने आन न श्याम सुंदर तज। उस वाहिगुरू परमात्मा परमेश्वर नूं छड्ड के जिहड़े जीव होर कुछ चाहुंदे ने, श्याम सुंदर तज आन जो चाहत, जिन्हां दे मन विच कुछ होर चाहतां ने। अगला शब्द वरत्या ज्यों कुष्टी तन जोक। कुष्टी का अर्थ है कोड़ी, जोक का अर्थ है जोक। साध संगत जी समझदे आपां सारे, जो इउं कह लो कि छप्पड़ां विच जां जिहड़ा नरम जगह हुंदी उत्ते हुंदी है ये जिहड़ा जीव है। ते इहनूं आपां आम देखदे आ कि मੱਝਾਂ दे नाल ये आम तौर ते जोक जिहड़ी है पशुआं नूं चिंबड़दी, पर जोक जिੱਥੇ चिंबड़दी है नेड़े ही दुੱਧ हुंदा, दुੱਧ नूं नहीं, वो लहू पींदी है, असली सौमे तो दूर रहिंदी है। जोक शब्द क्यों वरत्या? साध संगत जी कहते ने, जो मैं पढ़िया विद्वान कहते हैं कि जदों किसी कोड़ी नूं कोड़ हो जाए, इक्को ही उहदा इलाज है। पुराने समय जिहड़े वैद करते सन, उहदा इलाज की है? जोकां लाउंदे सन, चबेड़ दिंदे सन। जोक जिहड़ी है खून चूसदी है, उहदा ते खून हुंदा जहर वाला। वो खून जदों चूसदी उहनूं बड़ा आनंद आउंदा है, बड़ा मजा आउंदा है, पर उन्हें यह नहीं पता जिस आनंद मजे विच मैं हाँ मेरी मौत का कारण इन्हें बन जाना है। वो खून चूसदी है ते खून चूसण तो बाद मर जाती है। महाराज ने शब्द इत्थे जिहड़ा जोक वरत्या, कह लगे जदों रस लैने आ बड़ा आनंद आउंदा है। साध संगत जी भाई साहब जिक्र कर रहे सन कि साडे अंदरों ईरखा, द्वेष, निंदिया, झूठ, चुगली, ये है बड़ा रस जी। साध संगत जी कई बार कई सियाणे कहते हैं, कहते तुसीं किसी बंदे नूं मंजे ते पियावे ना, बिल्कुल है मरण के किनारे ते उठदा ना होवे, उहदे कोल जाके दो चार गल्लां करन तो बाद मुड़ के उहनूं ओह गल दसो जिस बंदे दे प्रति वो सुनना नहीं चाहुंदा, ओहदी गल कर दो, कहंदे उठ के बह जाएगा। अच्छा फिर क्यों की होया? जिहड़ा उठदा नहीं होवे वो बंदा उठ के बह जांदा, अगों दसी फिर की होया? ते ये रस इहो जिहा है, 2-4 घंटे बंदा बैठा रहे इन्ना रस विच मगन हो जाता है, जिन्होंने पता ही लगता कि जो कुछ करी जाना मैं सारा कुछ अंदर भरिया जा रहा, मेरे वो मैल भरी जा रही है। भाई साहब ने शब्द पढ़िया, मैं वो प्रमाण वैसे लाउणा सी नाल, जिहड़ा उन्होंने शब्द कहा ना गुरु अर्जन देव का देव गंधारी विच, सतगुरु गुरु अर्जन देव महाराज का शब्द है वो। साध संगत जी बड़ा प्यार वाला, जिहदा शकर भाई साहब सैकटरी साहब करके गए, जिहड़ा उन्हें अंक भी दसदा 528 ते मेरी अज दी विचार विच भी प्रमाण सी कि हर गुण गावै हऊँ तिस बलिहारी। इत्थों शब्द की शुरुआत होती है, हर गुण गावै हऊँ तिस बलिहारी। देख देख जीवा साध गुर दर्शन, मैं अपने साधु गुरु के दर्शन करता हाँ। हिरदै नाम मुरारी, जिहदे हिरदे विच परमात्मा का नाम है, उस गुरु के दीदार करता हाँ। ते सतगुरु गरीब निवास सच्चे पातशाह मार के तुम पावन पवित्र प्रभ स्वामी, हे वाहिगुरु तू बड़ा सुंदर है, बड़ा पवित्र है। हे मेरे मालिक जियो, स्वामी जियो, ते मिलिए किवें, हम क्यों कर मिला? जुठारी, झूठा होया हाँ महाराज मैं। ते हुण आप चंगी तरह जानते हो, जिस भांडे विच दुध जमाना होवे, साध संगत जी भांडा साफ कीते तो बिना दुध नहीं जमेगा। जां इहों कह लो जे दुध रखना सही तरीके नाल
ਤੇ ਦੁੱਧ ਖਰਾਬ ਨਾ ਹੋਵੇ, ਉਹ ਤੁਹਾਨੂੰ ਭਾਂਡਾ ਸਾਫ਼ ਕਰਨਾ ਪਏਗਾ। ਭਾਂਡਾ ਧੋਏ ਬੈਸ ਤੂਬ ਦੇਵੋ, ਤੋ ਦੂਧੇ ਕੋ ਜਾਵੋ, ਦੂਧ ਕਰਨ ਫੁਰਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਜੇ ਉਹਨੂੰ ਜਮਾਉਣਾ ਚਾਹੁੰਦਾ ਭਾਂਡਾ ਸਾਫ਼ ਕਰਨਾ ਪਏਗਾ। ਸਭ ਕਹਿੰਦੇ ਭਾਂਡਾ ਅਤ ਮਲੀਨ ਹੈ, ਧੋਤਾ ਅੱਛਾ ਨਾ ਹੋਏ ਸੀ। ਇਹ ਮੈਲਾ ਇੰਨਾ ਹੋਇਆ ਪਿਆ, ਝੂਠ ਅੰਦਰ ਇੰਨੀ ਭਰੀ ਪਈ ਹੈ। ਮਹਾਰਾਜ ਤੁਸੀਂ ਪਾਵਨ ਪਵਿੱਤਰ ਜੀ, ਅਸੀਂ ਮੈਲੇ ਹਾਂ, ਕਿਵੇਂ ਤੁਹਾਡੇ ਨਾਲ ਮਿਲਾਪ ਹੋਵੇ ਸਾਡਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਤੁਮ ਪਾਵਨ ਪਵਿੱਤਰ ਪ੍ਰਭ ਸਾਮ ਸੁਆਮੀ, ਹਮ ਕਿਉਂ ਘਰ ਮਿਲਾਂ ਜੁਠਾਰੀ, ਹਮਰੇ ਜੀ ਹੋਰ। ਬੜੀ ਕਮਾਲ ਕਰਤੀ ਗੁਰੂ ਅਰਜਨ ਦੇਵ ਜੀ ਨੇ। ਇਹ ਸ਼ਬਦ ਲਿਆ ਆਪਣੇ ਤੇ ਗੁਰੂ ਸਾਹਿਬ ਨੇ, ਪਰ ਗੁਰੂ ਐਸਾ ਨਹੀਂ ਹੈ। ਸਾਡਾ ਅੰਦਰ ਬਿਆਨ ਕੀਤਾ ਗੁਰੂ ਤੇ ਪਵਿੱਤਰ ਹੈ। ਕਹਿ ਲਗੇ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਅਗਲੀ ਤੁਕ ਦੇ ਵਿੱਚ ਤੇ ਕਮਾਲ ਹੀ ਕਰਤੀ ਗੁਰੂ ਅਰਜਨ ਦੇਵ ਜੀ ਨੇ। ਕਹਿੰਦੇ ਹਮਰੀ ਮੁਦਰ ਨਾਮ ਹਰ ਸੁਆਮੀ। ਇਹਦੇ ਅਰਥ ਪਤਾ ਕੀ ਨੇ? ਸਾਧ ਸੰਗਤ ਵੇਖ ਲਿਓ ਆਪ ਜੀ ਆਪਣੇ ਮੋਬਾਈਲਾਂ ਤੇ ਵੀ। ਗੁਰੂ ਅਰਜਨ ਦੇਵ ਜੀ ਕਹਿੰਦੇ ਮਹਾਰਾਜ ਜਿਹੜਾ ਮੈਂ ਬਾਹਰੋਂ ਨਾਮ ਵੀ ਜਪਦਾ, ਕੇਵਲ ਵਿਖਾਵਾ ਹੀ ਕਰਦਾ, ਮੈਂ ਹਿਰਦੇ ਚੋਂ ਨਹੀਂ ਜਪਦਾ। ਇਹਦੇ ਅਰਥ ਇਹ ਨੇ ਹਮਰੀ ਮੁਦਰ ਮੈਨੇ ਸਾਧ ਸੰਗਤ ਛਾਪ ਮੋਹਰ ਵਿਖਾਵਾ, ਇਹਦੇ ਅਰਥ ਨੇ। ਮਹਾਰਾਜ ਕਹਿੰਦੇ ਨੇ ਮੈਂ ਕੇਵਲ ਵਿਖਾਵਾ ਕਰਦਾ ਪਿਆ ਹਾਂ, ਵਿਖਾਵੇ ਤੋਂ ਬਿਨਾਂ ਮੇਰੇ ਪੱਲੇ ਕੁਝ ਨਹੀਂ। ਸਾਨੂੰ ਕਹਿੰਦੇ ਨੇ, ਸਾਡਾ ਅੰਦਰ ਬਿਆਨ ਕਰਦੇ ਨੇ। ਗੁਰੂ ਅਰਜਨ ਸਾਹਿਬ ਐਸੇ ਨਹੀਂ ਹਨ, ਪਰ ਸਾਡੇ ਅੰਦਰ ਦੀ ਹਾਲਤ ਨੂੰ ਬਿਆਨ ਕਰਕੇ ਕਹਿੰਦੇ ਹਮਰੀ ਮੁਦਰ ਨਾਮ ਹਰ ਸੁਆਮੀ, ਰਿਦ ਦੁਸ਼ਟ ਦੁਸ਼ਟਾਰੀ। ਮਹਾਰਾਜ ਆਪਣੇ ਆਪ ਨੂੰ ਕਹਿੰਦੇ ਨੇ, ਮੈਂ ਹੁਣ ਸਾਡੀ ਜ਼ੁਬਾਨ ਨਹੀਂ ਬੋਲਦੀ ਵੀ ਅਸੀਂ ਗੁਰੂ ਸਾਹਿਬ ਬਾਰੇ ਇਤਨਾ ਕਰੀਏ। ਸਾਨੂੰ ਕਹਿੰਦੇ ਅਸੀਂ ਅੰਦਰੋਂ ਦੁਸ਼ਟ ਹਾਂ। ਮਹਾਰਾਜ ਕਹਿੰਦੇ ਨੇ ਮੈਂ ਬਾਹਰੋਂ ਨਾਮ ਤਾਂ ਜਪਦਾ, ਬਾਣੀ ਤਾਂ ਪੜ੍ਹਦਾ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਬਾਣੀ ਦੇ ਨਾਮ ਜਿਹੜਾ ਜਪਦਾ, ਮਹਾਰਾਜ ਮੈਂ ਕੇਵਲ ਵਿਖਾਵਾ ਕਰਦਾ, ਇਸ ਤੋਂ ਬਾਅਦ ਮੇਰੇ ਕੁਝ ਨਹੀਂ ਪੱਲੇ। ਪਰ ਮਹਾਰਾਜ ਹੁਣ ਕਿਰਪਾ ਕਿਵੇਂ ਹੋਵੇ? ਗੁਰੂ ਅਰਜਨ ਦੇਵ ਜੀ ਕਹਿੰਦੇ ਘਬਰਾਇਓ ਨਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇ ਹੁਣ ਕਿਰਪਾ ਕਰਕੇ ਤੁਸੀਂ ਸੁਆਮੀ ਹੋ, ਮੈਨੂੰ ਸ਼ਰਨ ਵਿੱਚ ਆਏ ਦੀ ਲਾਜ਼ ਰੱਖ। ਇੱਕ ਸ਼ਬਦ ਹੋਰ ਕਹਿ ਕੇ ਮੈਂ ਸਮਾਪਤੀ ਕਰਦੇ ਲੱਗਾ। ਸਾਡੀ ਹਾਲਤ ਸੁਖਮਨੀ ਸ਼ਬਦ ਦੀ ਇੱਕ ਤੁਕ ਵਿੱਚ, ਇੱਕ ਪਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਿਆਨ ਕੀਤੀ, ਜੋ ਇਸ ਸ਼ਬਦ ਦੀ ਵਿਆਖਿਆ ਕਰੇਗੀ। ਸਤਿਗੁਰੂ ਮਹਾਰਾਜ ਕਹਿੰਦੇ ਰਤਨ ਤਿਆਗ ਕਹੀਏ ਸਾਡੀ ਮਨ ਦੀ ਹਾਲਤ। ਜੋਗ ਜਿਹੜੀ ਮੈਂ ਜਿੱਥੋਂ ਤੁਰੇ ਆਪਾਂ ਗੱਲ ਤੋਂ ਉੱਥੇ ਫਿਰ ਆਵਾਂਗੇ। ਅਸੀਂ ਕਿਵੇਂ ਉਹ ਜਿਹੜੀ ਰਸ ਲੈ ਰਹੇ ਹਾਂ ਤੇ ਸਾਡੇ ਵਾਸਤੇ ਜ਼ਹਿਰ ਬਣ ਜਾਏਗੀ। ਜਿਹੜੀ ਜੋਗ ਰਸਤਾ ਚੂਸਦੀ ਪਈ ਹੈ, ਉਹ ਖੂਨ ਤਾਂ ਪੀਂਦੀ ਪਰ ਮਰ ਜਾਣਾ ਉਹਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਕੀ ਹੈ ਸਾਡੀ ਹਾਲਤ, ਕਿਵੇਂ ਜੋਗ ਬਣ ਕੇ ਅਸੀਂ ਕੀ ਕੁਝ ਇਕੱਠਾ ਕਰ ਰਹੇ ਹਾਂ। ਸਤਿਗੁਰੂ ਅਰਜਨ ਦੇਵ ਨੇ ਇੱਕ ਪਦੇ ਵਿੱਚ ਸਾਡੀ ਅੰਦਰ ਦੀ ਹਾਲਤ ਬਿਆਨ ਕਰਦੀ। ਕਹਿੰਦੇ ਕਿ ਰਤਨ ਤਿਆਗ ਕੀ ਹੈ? ਜੋਗ ਦਾ ਕੀ ਹੈ? ਜ਼ਹਿਰ ਪੀਣਾ, ਜੋ ਅਸੀਂ ਜੋਗ ਬਣ ਕੇ ਪੀ ਰਹੇ ਹਾਂ। ਗੁਰੂ ਅਰਜਨ ਦੇਵ ਜੀ ਕਿ ਰਤਨ ਤਿਆਗ, ਰਤਨ ਦਾ ਮਤਲਬ ਹੀਰੇ ਮੋਤੀ, ਮਤਲਬ ਹੋ ਗਿਆ ਚੰਗੇ ਗੁਣ। ਰਤਨ ਤਿਆਗ ਕੌਡੀ ਸੰਗ ਰਚੈ, ਸਾਹ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਵਸਤਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੇ, ਸੰਗ ਸਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਏ। ਉਹ ਗਧਿਆ ਤੇਰੇ ਤੇ ਚੰਦਨ ਦਾ ਲੇਪ ਕਰਨ ਦਾ ਕੀ ਲਾਭ ਹੈ? ਤੂੰ ਤੇ ਫਿਰ ਜਾ ਕੇ ਮਿੱਟੇ ਘੱਟੀ ਦੇ ਵਿੱਚ ਰੁੜ ਜਾਣਾ ਹੈ। ਸਾਡੀ ਅੰਦਰ ਦੀ ਹਾਲਤ ਹੈ ਗਰਦ ਵਿਪਰੀਤ ਭਸਮ ਸੰਗ ਹੋਏ, ਪਰ ਨਿਰਾਸ਼ ਨਹੀਂ ਕਦੀ ਹੋਣ ਦਿੰਦੀ ਗੁਰੂ ਕੀ ਬਾਣੀ। ਸਤਿਗੁਰੂ ਮਹਾਰਾਜ ਕਹਿੰਦੇ ਅੰਧ ਕੂਬ ਮੈਂ ਪਤਤ ਵਿਕਰਾਲ। ਮਹਾਰਾਜ ਅਸੀਂ ਹਨੇਰੇ ਖੂਹ ਵਿੱਚ ਡਿੱਗ ਪਏ ਹਾਂ, ਪਤਤ ਹੋ ਚੁੱਕੇ ਹਾਂ। ਨਾਨਕ ਕਾਢ ਲਿਓ ਪ੍ਰਭ ਦਇਆਲ, ਹੈ ਦਿਆਲੂ ਜੀ ਕੱਢ ਲਓ ਸਾਨੂੰ ਇਸ ਖੂਹ ਵਿੱਚੋਂ। ਤੇ ਸਹਿਬ ਕਿਰਪਾ ਕਰਦੇ ਨੇ। ਸ਼ਬਦ ਦੀ ਸਮਾਪਤੀ। श्याम सुंदर तज आन जो चाहत, जो कुश्ती तन जोग, सूरदास मन प्रभ हाथ लीनो, आ है छाड़ मन हर बिमुखुन को संग। सूरदास मन प्रभ हाथ लीनो, हे सूरदास जिन्हां ने अपना मन गुरु दे हथ विच दे दिता है। अर्थ दे ने सूरदास मन प्रभ हाथ लीनो, इहो कह लो जिन्ने परमात्मा ने जिहदा मन अपने हथ विच लै लिया। मन बेचै सतगुर कै पास दे सेवक के काज, जिन्हें अपना मन दे दिता। ते मेरे साहब जी कहते सूरदास मन प्रभ हाथ लीनो, ते महाराज दे बदले विच मिलेगा कि दीनों ये परलोक, उदा लोक परलोक सवर जाएगा। जिन्हें अपना मन गुरु नूं अर्पण करता। तुक सी कि छाड़ मन हर बिमुखन को संग। अगला शब्द गुरु अर्जन देव जी का, जिन्हें इस शब्द की तुक की व्याख्या की है, पर सरलेख सूरदास दे के कह दिता भाई ये शब्द गुरु अर्जन देव का, पर तुक की व्याख्या कर ली नाले उस तुक नूं स्पष्ट कर ले कि तुक भगत सूरदास जी दी है। इस करके सतगुरु महाराज ने शब्द बुद्धि नाल उस तुक नूं भी खोल दिता है। सारे शब्द का भाव ये बन गया कि मन के जिहड़े गलत फुरने ख्याल ने उधरों मन का हटा लेना,
ਪਰਮਾਤਮਾ ਵਾਲੇ ਬੰਨੇ ਮਨ ਨੂੰ ਲਾਉਣਾ। ਇਹ ਹੈ ਭਗਤ ਸੂਰਦਾਸ ਦੀ ਤੁਕ ਦਾ ਅੰਤਰੀਵੀ ਭਾਵ ਕਿ ਮਨ ਦੇ ਉਹਨਾਂ ਬੰਨਿਆਂ ਤੋਂ ਸਾਰੇ ਸੰਗ ਛਡਾ ਦਈਏ ਜਿਹੜੇ ਬੰਨੇ ਮਨ ਲੱਗਣ ਕਰਕੇ ਵਿਕਾਰਾਂ ਵਿੱਚ ਖਚਿਤ ਹੁੰਦਾ ਹੈ। ਇਸ ਮਨ ਨੂੰ ਗੁਰੂ ਵਾਲੇ ਪਾਸੇ ਲਾਈਏ ਤਾਂ ਕਿ ਮਨ ਚੰਗੇ ਸ਼ੁਭ ਗੁਣ ਪ੍ਰਾਪਤ ਕਰ ਸਕੇ ਤੇ ਫਿਰ ਕਹਿ ਸਕੀਏ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣੇ ਜੋਤ ਰੂਪ ਬਣ ਜਾਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕੇ ਤੂੰ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਦਾ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ।